ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ। ਸੋਹੀ ਮਹੱਲਾ ਪੰਜਵਾ। ਕਰਮ ਧਰਮ ਪਖੰਡ ਜੋ ਦੀਸਹਿ, ਤਿਨ ਜਮ ਜਗਾਤੀ ਲੂਟੈ। ਨਿਰਵਾਣ ਕੀਰਤਨ ਗਾਵਹੁ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਕਰਮ ਧਰਮ ਪਖੰਡ ਜੋ ਦੀਸਹਿ, ਤਿਨ ਜਮ ਜਗਾਤੀ ਲੂਟੈ। ਨਿਰਵਾਣ ਕੀਰਤਨ ਗਾਵਹੁ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਸੰਤਹੁ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ। ਸੋ ਗੁਰ ਪ੍ਰਸਾਦੀ ਤਰੀਐ ਰਹਾਉ। ਕੋਟ ਤੀਰਥ ਮਜਨ ਇਸ਼ਨਾਨਾ, ਇਸ ਕਲ ਮਹਿ ਮੈਲ ਭਰੀਜੈ। ਸਾਧ ਸੰਗ ਜੋ ਹਰ ਗੁਣ ਗਾਵੈ, ਸੋ ਨਿਰਮਲ ਕਰ ਲੀਜੈ। ਵੇਦ ਕਤੇਬ ਸਿਮਰਤ ਸਭ ਸਾਸਤ, ਇਨ ਪੜ੍ਹਿਆ ਮੁਕਤ ਨ ਹੋਈ। ਏਕ ਅੱਖਰ ਜੋ ਗੁਰਮੁਖ ਜਾਪੈ, ਤਿਸ ਕੀ ਨਿਰਮਲ ਸੋਈ। ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਚੌਹ ਵਰਨਾ ਕਉ ਸਾਂਝਾ। ਗੁਰਮੁਖ ਨਾਮ ਜਪੈ ਉਧਰੈ, ਸੋ ਕਲ ਮਹਿ ਘਟ ਘਟ ਨਾਨਕ ਮਾਝਾ। ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਚੌਹ ਵਰਨਾ ਕਉ ਸਾਂਝਾ। ਗੁਰਮੁਖ ਨਾਮ ਜਪੈ ਉਧਰੈ, ਸੋ ਕਲ ਮਹਿ ਘਟ ਘਟ ਨਾਨਕ ਮਾਂਝਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਵਾਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 747 ਤੇ ਸਵਾਇਮਾਨ ਹੈ। ਸਤਿਗੁਰੂ ਬਹੁਤ ਵੱਡੀਆਂ ਦਾਤਾਂ ਇਸ ਵਾਕ ਰਾਹੀਂ ਆਪਣੀ ਝੋਲੀ ਪਾਉਂਦੇ ਆ, ਜਿਹਦੇ ਵਿੱਚ ਸਤਿਗੁਰੂ ਇੱਕ ਬਹੁਤ ਬਰੀਕ ਗੱਲ ਸਮਝਾਉਂਦੇ ਆ, ਜਿਹੜੀ ਕਿ ਜਦੋਂ ਅਸੀਂ ਉਸ ਆਪਦੀ ਕਹਿ ਲਓ ਭਗਤੀ ਕਰਦੇ ਕਰਦੇ, ਤਪੱਸਿਆ ਕਰਦੇ ਕਰਦੇ ਉਸ ਐਂਗਲ ਤੇ ਆ ਜਾਂਦੇ, ਉਦੋਂ ਸਮਝ ਹੀ ਉਦੋਂ ਪੈਂਦੀ ਆ। ਹੁਣ ਜਿਵੇਂ ਇਹਦੇ ਵਿੱਚ ਇਹ ਸ਼ਬਦ ਦੇ ਵਿੱਚ ਮਹਾਰਾਜ ਨੇ ਆਪਾਂ ਨੂੰ ਦੱਸਿਆ ਕਿ ਕਰਮ ਧਰਮ ਪਖੰਡ ਜੋ ਦੀਸਹਿ, ਤਿਨ ਜਮ ਜਗਾਤੀ ਲੂਟੈ। ਨਿਰਵਾਣ ਕੀਰਤਨ ਗਾਵਹੁ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਹੁਣ ਜਦੋਂ ਇਹ ਪੰਕਤੀ ਦੇ ਆਮ ਹੀ ਅਰਥ ਕਰੇ ਜਾਂਦੇ ਆ ਨਾ, ਉਦੋਂ ਜਿਹੜੇ ਹੋਰ ਧਰਮਾਂ ਦੇ ਲੋਕ ਨੇ ਵਿਚਾਰੇ, ਜਾਂ ਜਿਹੜੇ ਕੋਈ ਵੀ ਨੇ, ਉਹਨਾਂ ਨੂੰ ਕੱਟਣ ਤੇ ਲਾ ਦਿੱਤਾ ਜਾਂਦਾ ਕਈ ਵਾਰੀ ਵੀ ਆਹ ਦੇਖੋ ਕਿਹਾ ਵਾ ਮਹਾਰਾਜ ਨੇ ਕਰਮ ਧਰਮ ਪਖੰਡ ਜੋ ਦੀਸਹਿ। ਪਰ ਸਤਿਗੁਰੂ ਦਾ ਇੱਥੇ ਕਹਿਣ ਦਾ ਪੋਜ਼ਿਟਿਵ ਆਈਡੀਆ, ਉਹਦੇ 'ਚ ਪੋਜ਼ਿਟਿਵ ਕੀ ਆ? ਮਹਾਰਾਜ ਕਹਿੰਦੇ ਤੁਸੀਂ ਜੋ ਵੀ ਕਰਮ ਕਰਦੇ ਹੋ, ਜੋ ਕਮਾਈ ਕਰਦੇ ਹੋ, ਮੰਨ ਲਓ ਵੀ ਆਪਾਂ ਇੱਥੇ ਜਿਵੇਂ ਬਾਹਰਲੇ ਦੇਸ਼ ਬੰਦਾ ਗਿਆ, ਉਹਨੇ ਕਮਾਈ ਬਹੁਤ ਕੀਤੀ, ਉਹ ਨਾਲ ਚੱਕ ਕੇ ਤੁਰ ਪਿਆ, ਤੇ ਪਰ ਜਦੋਂ ਉਹ ਏਅਰਪੋਰਟ ਤੇ ਆਇਆ ਤੇ ਉੱਥੇ ਇੱਕ ਮਹਿਕਮਾ ਜਿਹੜਾ ਚੈੱਕ ਕਰਦਾ ਸਭ ਕੁਛ, ਤੂੰ ਇੰਨਾ ਕੁ ਲਿਜਾ ਸਕਦਾ, ਇੰਨਾ ਕੁ ਨਹੀਂ, ਉਹ ਉੱਥੇ ਲੈ ਲੈਂਦੇ ਆ ਉਹ ਤੋਂ, ਤੇ ਵੀ ਤੂੰ ਆ ਵੀ ਨਹੀਂ ਲਿਜਾ ਸਕਦਾ, ਆ ਵੀ ਨਹੀਂ ਲਿਜਾ ਸਕਦਾ, ਆ ਵੀ ਨਹੀਂ ਲਿਜਾ ਸਕਦਾ, ਹਨਾ, ਸੁਟਾ ਦਿੰਦੇ ਆ ਜਾਂ ਉੱਥੇ ਜਮ੍ਹਾਂ ਕਰ ਲੈਂਦੇ ਆ। ਉਹਦੀ ਕੀਤੀ ਹੋਈ ਕਿਰਤ, ਉਹਦੀ ਕੀਤੀ ਹੋਈ ਕਮਾਈ ਖੁੱਸ ਗਈ ਨਾ, ਉਹ ਵਿਦੇਸ਼ 'ਚ ਜਾ ਕੇ ਉਹਨੇ ਜ਼ੋਰ ਹੀ ਕਮਾਉਣ ਤੇ ਦਿੱਤਾ ਸੀ ਕਿ ਇੱਥੋਂ ਸਿਉਣਾ ਲੈ ਜਾ, ਇੱਥੋਂ ਮੈਂ ਇੰਨਾ ਪੈਸਾ ਲੈ ਜਾ, ਇਹ ਚੀਜ਼ ਤੇ ਜ਼ੋਰ ਦਿੱਤਾ। ਤੇ ਜਦੋਂ ਲੈ ਕੇ ਤੁਰਿਆ ਤਾਂ ਜਦੋਂ ਉੱਥੇ ਆਇਆ ਤਾਂ ਉੱਥੇ ਜਿਹੜੇ ਮਹਿਕਮਿਆਂ ਨੇ ਉਹ ਤੋਂ ਉਹ ਚੀਜ਼ਾਂ ਖੋਲੀਆਂ। ਪਰ ਜਿਹੜੇ ਬੰਦੇ ਨੇ ਉੱਥੇ ਰਹਿ ਕੇ ਯੂਨੀਵਰਸਿਟੀ 'ਚੋਂ ਡਿਗਰੀ ਲੈ ਲਈ, ਗਿਆਨ ਲੈ ਲਿਆ, ਅਨੁਭਵ ਲੈ ਲਿਆ, ਉਹ ਤੋਂ ਕੌਣ ਖੋਹੂਗਾ? ਸਤਿਗੁਰੂ ਉੱਥੇ ਲਿਜਾਣਾ ਚਾਹੁੰਦੇ ਕਿ ਤੁਸੀਂ ਮਹਾਰਾਜ ਨੂੰ ਮਿਲਣ ਦੇ ਚੱਕਰ 'ਚ, ਪਰਮ ਪਿਤਾ ਪਰਮਾਤਮਾ ਨੂੰ ਮਿਲਣ ਦੇ ਚੱਕਰ 'ਚ ਬਾਹਲੇ ਕਰਮਾਂ ਧਰਮਾਂ 'ਚ ਉਲਝ ਗਏ। ਐਡੀ ਵੱਡੀ ਗੱਲ ਨਹੀਂ ਕਰਨ ਦੀ ਲੋੜ ਸੀ। ਬਾਹਲੇ ਤਰ੍ਹਾਂ ਦੇ ਪਾਠ ਪੂਜਾ, ਡੰਡਕ ਮੰਡਕ ਨਿਰੀ ਵਿੱਢਲੇ ਪੂਰੇ ਦੁਨੀਆ ਨੇ। ਮਹਾਰਾਜ ਕਹਿੰਦੇ ਕਰਮ ਧਰਮ ਪਖੰਡ ਜੋ ਦੀਸੈ, ਤਿੰਨ ਜਮ ਜਗਾਤੀ ਲੂਟੈ। ਪਖੰਡ ਕਿਉਂ? ਜਿੰਨਾ ਚਿਰ ਤੁਹਾਨੂੰ ਅਸਲੀ ਗੱਲ ਦਾ ਪਤਾ ਨਹੀਂ, ਤੁਸੀਂ ਕੋਸ਼ਿਸ਼ ਕਰੀ ਜਾਓ, ਪਖੰਡ ਹੀ ਹੋਊਗਾ। ਅਸੀਂ ਬੋਲ ਕੇ ਕਿਸੇ ਨੂੰ ਵੀ ਕਹਿ ਸਕਦੇ ਹਾਂ ਵੀ ਮੈਨੂੰ ਤੇਰੇ ਨਾਲ ਪਿਆਰ ਆ, ਪਰ ਜੇ ਹੈ ਨਹੀਂ ਤਾਂ ਉਹ ਪਖੰਡ ਹੈ। ਤੇ ਜੇ ਹੈਗਾ ਤਾਂ ਬੋਲ ਕੇ ਦੱਸਣ ਦੀ ਲੋੜ ਨਹੀਂ ਪੈਂਦੀ, ਪਤਾ ਲੱਗ ਜਾਂਦਾ ਕਿ ਇਹਦੇ ਮਨ 'ਚ ਸਤਿਕਾਰ ਹੈ, ਗੁਰੂ ਪ੍ਰਤੀ ਪਿਆਰ ਹੈ, ਜਾਂ ਕਿਸੇ ਪ੍ਰਤੀ ਵੀ ਹੈ, ਜੋ ਹੈ ਉਹ ਦੀਨਾ ਹੁੰਦਾ।
ਤੇ ਮਹਾਰਾਜ ਕਹਿੰਦੇ ਉਹ ਪਖੰਡੀ ਆ ਜਿਹੜਾ ਤੁਹਾਡੇ ਅੰਦਰ ਤਾਂ ਹੈ ਨਹੀਂ, ਬਾਹਰੋਂ ਤੁਸੀਂ ਕਰ ਰਹੇ ਹੋ। ਬਾਹਰੋਂ ਬਹੁਤ ਕੁਝ ਪਹਿਰਾਵੇ ਵੀ ਪਾਲੇ, ਆਪਾਂ ਬਹੁਤ ਕੁਝ ਪਾਲਿਆ ਹਨਾ, ਤਾਂ ਮਹਾਰਾਜ ਕਹਿੰਦੇ ਇਹ ਚੀਜ਼ ਲੁੱਟੀ ਜਾਣੀ ਆ, ਇਹਨੇ ਤੁਹਾਡੇ ਨਾਲ ਨਹੀਂ ਜਾਣਾ। ਤੇ ਫਿਰ ਜਾਊਗਾ ਕੀ? ਇੱਥੇ ਸਵਾਲ ਇਹ ਖੜਾ ਹੁੰਦਾ। ਤਾਂ ਮਹਾਰਾਜ ਕਹਿੰਦੇ ਨਿਰਵਾਣ ਕੀਰਤਨ ਗਾਵਹੁ ਕਰਤੇ ਕਾ, ਨਿਮਕ ਸਿਮਰਤ ਜਿਤ ਸੂਟਾ। ਕਹਿੰਦੇ ਤੁਸੀਂ ਉਹਦੀ ਕੀਰਤੀ ਕਰੋ ਜਿਹਨੇ ਤੁਸੀਂ ਪੈਦਾ ਕੀਤੇ ਹੋ। ਉਹ ਕੌਣ ਹੈ? ਇਹ ਸਾਡੀ ਨਿਉ ਜੜ ਤੁਰਦੀ ਹੈ ਗੁਰੂ ਨਾਨਕ ਸਾਹਿਬ ਤੋਂ। ਗੁਰੂ ਨਾਨਕ ਸਾਹਿਬ ਕਹਿੰਦੇ ਉਹ ਜਿਹੜਾ ਪਰਮ ਪਿਤਾ ਪਰਮਾਤਮਾ ਖੰਡਾਂ ਬ੍ਰਹਮੰਡਾਂ ਦਾ ਮਾਲਕ ਹੈ, ਜਿਹਨੇ ਇਹ ਦੁਨੀਆ ਸਾਜੀ ਹੈ, ਉਹਦਾ ਜਿਹੜਾ ਨਾਮ ਹੈ ਨਾ, ਜੇ ਤੁਸੀਂ ਉਹਦੇ ਘਰੇ ਆਉਣਾ ਹੈ, ਉਹਦੇ ਵੱਲ ਆਉਣਾ ਹੈ, ਆਪਾਂ ਨੂੰ ਨਾਂ ਤਾਂ ਪੁੱਛਣਾ ਹੀ ਪੈਣਾ। ਉਹਦਾ ਨਾਮ ਇੱਕ ਓੰਕਾਰ ਹੈ। ਤੁਸੀਂ ਇਸ ਇੱਕ ਓੰਕਾਰ ਨੂੰ ਹਿਰਦੇ 'ਚ ਵਸਾਉਣਾ ਹੈ, ਇਹਨੂੰ ਇੱਕ ਓੰਕਾਰ ਨੂੰ ਧਿਆਉਣਾ ਹੈ, ਤੁਹਾਡਾ ਮੁੱਖ ਗੁਰੂ ਵੱਲ ਹੋ ਜਾਊਗਾ। ਤਾਂ ਤੁਸੀਂ ਗੁਰੂ ਵੱਲ ਜਦੋਂ ਤੁਰ ਪਓਗੇ ਤਾਂ ਕਹਿੰਦੇ ਵੀ ਇਹ ਇੰਨਾ ਸੌਖਾ ਰਸਤਾ। ਕਹਿੰਦੇ ਇੱਕ ਨਿਮਖ ਸਿਮਰਤ ਜਿਤ ਛੂਟਾ। ਕਹਿੰਦੇ ਜੇ ਇੱਕ ਸਕਿੰਟ ਲਈ ਵੀ ਤੁਹਾਡੀ ਕਿਤੇ ਸਿਹਤ ਬਣ ਗਈ, ਉਹਦੇ ਨਾਲ ਟੱਚ ਹੋ ਗਏ ਤੁਸੀਂ, ਤਾਂ ਉਹ ਸਕਿੰਟ ਹੀ ਛਡਾ ਕੇ ਲੈ ਜਾਊਗਾ ਤੁਹਾਨੂੰ। ਹੁਣ ਉਹ ਸਕਿੰਟ ਦੀ ਕਦਰ ਕੀਮਤ ਕੀ ਆ, ਉਹ ਬੰਦਾ ਜਾਣ ਸਕਦਾ ਜਿਹੜਾ ਮੰਨ ਲਓ ਆਪਦੇ ਕੱਲੇ ਬੱਚੇ ਨੂੰ ਆਈ ਮੰਨ ਲਓ ਵੀ ਵਿਦੇਸ਼ ਤੋਰਨ ਗਿਆ 에ਅਰਪੋਰਟ ਤੇ ਹਨਾ, ਉਹ ਪਹਿਲਾਂ ਗੱਲੀ ਲੱਗੇ ਰਹੇ ਜਾਂ ਨੀਵੀਂ ਪਾ ਕੇ ਗੱਲਾਂ ਕਰੀ ਗਏ, ਐਂ ਕਰੀ ਗਏ, ਕਰਦੇ ਕਰਦੇ ਉਹ ਬੱਚਾ ਤੁਰ ਪਿਆ। ਉਦੋਂ ਇੱਕ ਸਕਿੰਟ ਐ ਹੁੰਦਾ ਵੀ ਸਾਡੀ ਨਿਗਾਹ 'ਚ ਨਿਗਾਹ ਪੈ ਜੇ। ਉਹ ਜੇ ਇੱਕ ਵਾਰੀ ਨਿਗਾਹ 'ਚ ਨਿਗਾਹ ਪੈ ਜਾਂਦੀ ਹੈ ਤਾਂ ਸਾਨੂੰ ਇੱਕ ਬਰਾਗ ਵੀ ਉੱਠਦਾ ਤੇ ਸੰਤੁਸ਼ਟੀ ਵੀ ਆਉਂਦੀ ਹੈ ਤੇ ਜਮਾਂ ਜਾਣ ਵੇਲੇ ਆਖਰੀ ਵਾਰ ਸਾਡੀ ਅੱਖ ਚੱਕ ਪੈਗੀ, ਸਕੂਨ ਆਉਂਦਾ। ਜੇ ਉਹ ਨਾ ਪਵੇ ਤਾਂ ਇੱਕ ਭਟਕਣਾ ਬਣ ਜਾਂਦੀ ਹੈ, ਯਾਰ ਜਾਂਦੀ ਵਾਰ ਐਂ ਵੀ ਨਾ ਮਿਲ ਲੇ, ਐਂ ਵੀ ਨਾ ਕਰ ਲੇ, ਉਹ ਚੀਜ਼ਾਂ ਹੋ ਜਾਂਦੀਆਂ। ਮਹਾਰਾਜ ਕਹਿੰਦੇ ਇੱਕ ਨਿਮਖ ਦਾ ਹੀ ਰਿਸ਼ਤਾ ਹੁੰਦਾ ਇੱਕ, ਜਦੋਂ ਤੁਸੀਂ ਕਿਤੇ ਵੀ ਜਾਂਦੇ ਹੋ ਜਾਂ ਅਸੀਂ ਕਹਿੰਦੇ ਹੁੰਦੇ ਵੀ ਸਾਨੂੰ ਕਿਸੇ ਨੇ ਕਿਤੇ ਸੱਦਿਆ ਕਿਸੇ ਸਮਾਗਮ ਦੇ ਵਿੱਚ, ਜਿਹੜਾ ਮੇਨ ਬੰਦਾ, ਅਸੀਂ ਉੱਥੇ ਗਏ, ਉੱਥੇ ਬਥੇਰੇ ਨਾਲ ਲੱਗੇ ਸੀ, ਅਸੀਂ ਖਾਧਾ ਪੀਤਾ ਵੀ ਵਧੀਆ, ਰਹੇ ਵੀ ਸਾਰਾ ਦਿਨ ਵਧੀਆ, ਪਰ ਜਿਹਨੇ ਸਾਨੂੰ ਪਿਆਰ ਨਾਲ ਬੁਲਾਇਆ ਸੀ ਵੀ ਸਾਡੇ ਆਇਓ ਕਾਰਜ ਤੇ, ਉਹ ਬੰਦਾ ਟੱਕਰ ਨਹੀਂ ਰਿਹਾ ਆਪਾਂ ਨੂੰ। ਤੇ ਸਾਨੂੰ ਹੁੰਦਾ ਵੀ ਯਾਰ ਆਪਾਂ ਸਲਾਮੀ ਵੀ ਦੇਤੀ, ਸਭ ਕੁਝ ਕਰਤਾ, ਪਰ ਉਹ ਨਹੀਂ ਮਿਲਿਆ। ਤੇ ਸਾਡੇ ਚਿੱਤ 'ਚ ਇੱਕ ਹੋਰ ਹੀ ਮਿੰਨੀ ਜੀ ਉਦਾਸੀ ਸਾਈ ਰਹਿੰਦੀ ਹੈ। ਪਰ ਜੇ ਅਸੀਂ ਬਿਲਕੁਲ ਆਉਣ ਵੇਲੇ ਗੱਡੀ 'ਚ ਬੈਠਣ ਵੇਲੇ ਉਧਰੋਂ ਗੱਡੀ 'ਚ ਉਹ ਆ ਜੇ ਤੇ ਆਪਸ ਵਿੱਚ ਨਿਗਾਹ ਮਿਲ ਗਈ, ਉਹ ਵੀ ਬਹੁਤ ਜ਼ਿਆਦਾ ਬਿਜੀ ਹੈ ਤੇ ਉਹਨੇ ਵੀ ਹੱਥ ਚੱਕਤਾ, ਬਸਲ ਵੀ ਲੱਗ ਗਿਆ ਪਤਾ ਤੁਸੀਂ ਆ ਗਏ, ਆਪਾਂ ਫਿਰ ਉੱਥੋਂ ਸੰਤੁਸ਼ਟ ਹੋ ਕੇ ਨਿਕਲਾਂਗੇ। ਉਹ ਇੱਕ ਨਿਮਖ ਦੀ ਖੇਡ ਆ। ਜਦੋਂ ਇਹ ਬਰੀਕੀ ਤੁਹਾਨੂੰ ਸਮਝ ਆਉਣ ਲੱਗ ਗਈ ਨਾ, ਕਿਤੇ ਵੀ ਬਾਣੀ ਸੁਣਦੇ ਪੜ੍ਹਦਿਆਂ ਦੀ, ਤਾਂ ਮਹਾਰਾਜ ਦੇ ਨਿਮਖ ਦਾ ਪਤਾ ਲੱਗੂ ਕੀ ਕਹਿੰਦੇ ਆ। ਇਹ ਜਦੋਂ ਸਾਡੇ ਅੰਦਰ ਤਾਰ ਉੱਠਦੀ ਹੈ ਨਾ, ਅੰਦਰੋਂ ਜਦੋਂ ਕਈ ਵਾਰੀ ਕਿਰਪਾ ਹੁੰਦੀ ਹੈ, ਉਹ ਜਦੋਂ ਤਰੰਗ ਉੱਠਦੀ ਹੈ, ਉਦੋਂ ਪਕੜੋ ਉਹਨੂੰ, ਉਦੋਂ ਕਿਹੇ ਜੇ ਸਾਹ ਚੱਲ ਰਹੇ ਆ ਤੁਹਾਡੇ ਨੋਟ ਕਰੋ। ਪਾਉਣ ਗੁਰੂ ਦਾ ਸਿਸਟਮ ਹੈ। ਜਦੋਂ ਹੀ ਤੁਹਾਡੇ ਉਹ ਸਾਹਾਂ ਨੂੰ ਤੁਸੀਂ ਪਹਿਚਾਣ ਜਾਓਗੇ, ਜਦੋਂ ਦੁਬਾਰੇ ਤੁਸੀਂ ਬਹਿ ਕੇ ਉਵੇਂ ਸਾਹ ਲਓਗੇ, ਉਹ ਕਿਰਪਾ ਉਹਦੀ ਹੋਣੀ ਸ਼ੁਰੂ ਹੋ ਜੂ। ਮਹਾਰਾਜ ਕਹਿੰਦੇ ਇਸ ਪਾਸੇ ਆ ਜਾਓ, ਬਾਹਲੇ ਚੱਕਰਾਂ 'ਚ ਨਾ ਉਲਝੋ, ਉਹਨੂੰ ਧਿਆਓ ਜਿਹਨੇ ਦੁਨੀਆ ਬਣਾਈ ਹੈ। ਤਾਂ ਫਿਰ ਮਹਾਰਾਜ ਅੱਗੇ ਕਹਿੰਦੇ ਸੰਤ ਹੋ ਸਾਗਰ ਪਾਰ ਉਤਰੀਐ। ਸੰਤ ਹੋ ਦਾ ਮਤਲਬ ਸਾਰਿਆਂ ਨੂੰ ਕਿਹਾ ਜਿੰਨੀ ਸੰਗਤ ਆਈ ਹੋਈ ਆ ਸਤਿਗੁਰਾਂ ਦੇ ਚਰਨਾਂ 'ਚ, ਐਂ ਕਹਿੰਦੇ ਸਾਗਰ ਪਾਰ ਉਤਰ ਜਾਈਦਾ ਉਹਦੇ ਗੁਣ ਗਾਉਂਦਿਆਂ। ਇਹ ਕੁਦਰਤੀ ਵਿਗਿਆਨ ਹੈ ਕਿ ਜਿਹਦੇ ਅਸੀਂ ਗੁਣ ਗਾਉਣੇ ਆ ਨਾ, ਉਹਦੇ ਨਾਲ ਸਾਡੀ ਨੇੜਤਾ ਕੁਦਰਤੀ ਵੱਧ ਜਾਂਦੀ ਹੈ। ਤੁਸੀਂ ਕਿਸੇ ਨੂੰ ਕਿਤੇ ਸੁਭਾਅ ਕਹਿ ਕੇ ਦੇਖ ਲਓ, ਫਲਾਨਾ ਬੜਾ ਚੰਗਾ 5-10 ਵਾਰੀ ਕਹਿ ਦਿਓ, ਜਦੋਂ ਉਹਦੇ ਕੰਨਾਂ 'ਚ ਇਹ ਗੱਲ ਪਹੁੰਚੀ ਵੀ ਫਲਾਨੇ ਤੈਨੂੰ ਬੁਲਾ ਸਲਾਉਂਦੇ ਆ, ਉਹਦੇ ਇੱਕ ਬਲਬਲਾ ਉੱਠੂ, ਫਿਰ ਤਾਂ ਮੈਂ ਮਿਲਾਂ ਉਹਨਾਂ ਨੂੰ, ਫਿਰ ਉਹ ਵੀ ਸਲਾਊਗਾ। ਜਾਣੀ ਜਿਹੜੀ ਸਲਾਹਿਤਾ ਤੇ ਉਸਤਤ ਆ ਨਾ, ਉਹ ਸਾਨੂੰ ਜੋੜਦੀ ਆ। ਜਿਹੜੀ ਨਿੰਦਿਆ ਇਹ ਤੋੜਦੀ ਆ। ਫਿੱਕੇ ਬੋਲਾ ਬਾਬਾ ਕਹਿੰਦਾ ਤੋੜਦੇ ਆ। ਹਮੇਸ਼ਾ ਹੀ ਕਹਿੰਦਾ ਵੀ ਤੁਸੀਂ ਉਸਤਤ ਵਾਲੇ ਚੱਕਰ 'ਚ ਆ ਜਾਓ। ਤਾਂ ਅੱਗੇ ਮਹਾਰਾਜ ਕੀ ਕਹਿੰਦੇ ਆ, ਸੰਤੋ ਸਾਗਰ ਪਾਰ ਉਤਰੀਆ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਆ। ਤੇ ਜਿਹੜਾ ਕਹਿੰਦੇ ਬਚਨ ਕਮਾ ਲੈਂਦਾ ਸੰਤਾਂ ਦਾ, ਬਚਨ ਸੰਗਤ ਦੇ ਬਚਨ ਕਮਾ ਲੈਂਦਾ, ਜੋ ਵੀ ਉੱਥੇ ਮਤਾ ਹੋਇਆ, ਤਾਂ ਕਹਿੰਦੇ ਉਹ ਫਿਰ ਗੁਰੂ ਦੀ ਕਿਰਪਾ ਨਾਲ ਇਸ ਸੰਸਾਰ ਸਾਗਰ ਤੋਂ ਵੀ ਤਰ ਜਾਂਦਾ। ਰਹਾਉ ਕੋਟ ਤੀਰਥ ਮਜਨ ਇਸ਼ਨਾਨਾ, ਇਸ ਕਲ ਮਹਿ ਮੈਲ ਭਰੀਜੈ। ਮਹਾਰਾਜ ਕਹਿੰਦੇ ਪਹਿਲਾਂ ਬਣਿਆ ਵਾ ਆਪਣੇ ਦੇਸ਼ ਦੇ ਵਿੱਚ ਸਨਾਤਨ ਤੋਂ ਚੱਲਿਆ ਰਿਹਾ ਕਿ 68 ਤੀਰਥ ਕਰੋ ਜਾਂ ਇੰਨੇ ਤੀਰਥ ਹੁੰਦੇ ਆ, ਤੀਰਥ ਕਰੋ, ਇੰਨੇ ਦਾਨ ਕਰੋ। ਮਹਾਰਾਜ ਕਹਿੰਦੇ ਹੁਣ ਕਲਯੁਗ ਦੇ ਵੇਲੇ 'ਚ ਕੀ ਹੋ ਗਿਆ, ਕਹਿੰਦੇ ਜਿੰਨੇ ਹੀ ਤੁਸੀਂ ਇਹੋ ਜਿਹੇ ਕਰਮ ਧਰਮ ਕਰਦੇ ਹੋ, ਤੀਰਥਾਂ ਤੇ ਜਾਂਦੇ ਹੋ ਜਾਂ ਬਹੁਤੇ ਦਾਨ ਪੁੰਨ ਕਰਦੇ ਹੋ, ਕੋਟ ਤੀਰਥ ਮਜਨ ਇਸ਼ਨਾਨਾ ਜਾ ਕੇ ਇਸ਼ਨਾਨ ਕਰਦੇ ਹੋ, ਇਸ ਕਲ ਮਹਿ ਮੈਲ ਭਰੀਜੈ। ਉਹ ਕਹਿੰਦੇ ਉਲਟ ਕੀ ਕਰਦਾ ਬੰਦਾ, ਮੇਰੇ ਵਰਗਾ ਨਿਤਨੇਮੀ ਤਾਂ ਕੌਣ ਬਣ ਜੂ, ਅਸੀਂ ਤਾਂ ਇੰਨੇ ਵਜੇ ਉੱਠ ਖੜੀਦਾ, ਮਹਾਰਾਜ ਬੜੀ ਸੇਵਾ ਲੈਂਦੇ ਆ, ਕਿਰਪਾ ਕਰ ਦਿੰਦੇ, ਮੈਂ ਕਰ ਲੈਂਦਾ। ਮੈਂ ਕਹਿੰਦਾ ਤਾਂ ਮਹਾਰਾਜ ਦਾ ਨਾਂ ਲੈ ਕੇ, ਪਰ ਇੱਕ ਸੂਖਮ ਹੰਕਾਰ ਅੰਦਰ ਐ ਧੌਣ ਚੱਕਦਾ ਤੁਰਿਆ ਆਉਂਦਾ। ਤੇ ਦੂਜਾ ਕਿ ਨਹੀਂ ਝਾਕਣ ਦਾ ਤਰੀਕਾ ਉਹਦਾ ਇਹ ਹੁੰਦਾ ਵੀ ਦੁਨੀਆ ਤਾਂ ਕੀੜੇ ਮਕੌੜੇ ਹੈ, ਇਹਨਾਂ ਨੂੰ ਤਾਂ ਪਤਾ ਹੀ ਨਹੀਂ। ਇਹ ਜਿਹੜੇ ਤੀਰਥਾਂ ਤੇ ਜਾਣ ਵਾਲੇ ਲੋਕ ਆ ਜਿਹੜੇ ਇਸ ਤਰ੍ਹਾਂ ਦੇ, ਮਹਾਰਾਜ ਕਹਿੰਦੇ ਬਿਨਾਂ ਉਹਦੇ ਨਾਲ ਜੁੜਿਆ, ਉਹਦੇ ਨਾਲ ਜਿੰਨਾ ਚਿਰ ਨਿਗਾਹ ਨਹੀਂ ਮਿਲਦੀ, ਉਹਨਾਂ ਚਿਰ ਕਹਿੰਦੇ ਇਹ ਗੱਲਾਂ ਵੀ ਮੈਲ ਹੀ ਭਰ ਦਿੰਦੀਆਂ, ਬੰਦੇ ਨੂੰ ਹੰਕਾਰੀ ਬਣਾ ਦਿੰਦੀਆਂ। ਕੋੜ ਤੀਰਥ ਮਜਨ ਇਸ਼ਨਾਨਾ, ਇਸ ਕਲ ਮਹਿ ਮੈਲ ਭਰੀਜੈ, ਸਾਧ ਸੰਗ ਜੋ ਹਰ ਗੁਣ ਗਾਵੈ, ਸੋ ਨਿਰਮਲ ਕਰ ਲੀਜੈ। ਜਿਹੜਾ ਬੰਦਾ ਕਹਿੰਦੇ ਸਾਧਾਂ ਦਾ ਸੰਤਾਂ ਦਾ ਸੰਗ ਕਰਦਾ ਹੈ। ਸਾਧੂ ਕੌਣ ਹੈ? ਜਿਹਨੇ ਆਪਣੇ ਆਪ ਨੂੰ ਗੁਰੂ ਦੇ ਲੜ ਲਾ ਕੇ ਸਾਧ ਲਿਆ, ਜਿਹਦੇ ਅੰਦਰ ਕੁਛ ਪ੍ਰਕਾਸ਼ ਆ ਗਿਆ ਗੁਰੂ ਦੀ ਕਿਰਪਾ ਨਾਲ। ਜਦੋਂ ਅਸੀਂ ਉਹਦੇ ਕੋਲ ਬਹਿੰਦੇ ਆ, ਜਾਂਦੇ ਆ, ਉਹਦਾ ਸੰਗ ਕਰਦੇ ਆ, ਤਾਂ ਉਹ ਜਿਵੇਂ ਜਿਵੇਂ ਅਸੀਂ ਨੇੜਤਾ ਵਧਾਉਣੇ ਆ, ਸਾਡੇ ਅੰਦਰੋਂ ਵੀ ਮਨ ਨਿਰਮਲ ਹੋਣਾ ਸ਼ੁਰੂ ਹੋ ਜਾਂਦਾ। ਜਿਹੜੇ ਸਾਡੇ ਫਾਲਤੂ ਦੇ ਖਿਆਲ ਆ ਨਿਕਲਣੇ ਸ਼ੁਰੂ ਹੋ ਜਾਂਦੇ ਆ।
ਸਾਡੇ ਹਿਰਦੇ 'ਚ ਇੱਕ ਹੋਰ ਹੀ ਤਰ੍ਹਾਂ ਦਾ ਸਹਿਜ ਆਉਣ ਲੱਗ ਜਾਂਦਾ, ਯਾਰ ਜੋ ਗੁਰੂ ਕਰੂ ਠੀਕ ਹੀ ਕਰੂ, ਜੋ ਤੁਧ ਭਾਵੈ ਨਾਨਕਾ ਸਾਈ ਗੱਲ ਚੰਗੀ। ਇਹ ਗੱਲ ਸਾਨੂੰ ਪਰਪੱਕਤਾ ਨਾਲ ਪਤਾ ਲੱਗਣ ਲੱਗ ਜਾਂਦੀ ਹੈ ਕਿ ਜਦੋਂ ਆਪਾਂ ਗੁਰੂ ਨਾਨਕ ਦੇ ਅੱਗੇ ਹੀ ਸਮਰਪਿਤ ਹੋ ਗਏ ਤਾਂ ਫਿਰ ਉਹਨੇ ਹੀ ਕਰਨਾ, ਫਿਰ ਐਡੀ ਕਾਹਲ ਨਹੀਂ, ਉਹਨੇ ਕਰ ਹੀ ਦੇਣਾ, ਤਾਂ ਫਿਰ ਆਪੇ ਹੀ ਸੈੱਟ ਹੋਣਾ ਸ਼ੁਰੂ ਹੋ ਜਾਂਦਾ ਸਾਰਾ। ਤਾਂ ਅੱਗੇ ਮਹਾਰਾਜ ਕਹਿੰਦੇ ਵੇਦ ਕਤੇਬ ਸਿਮਰਤ ਸਭ ਸਾਸ ਤੈਨ ਪੜ੍ਹਿਆ ਮੁਕਤ ਨਾ ਹੋਈ। ਹੁਣ ਅੱਜ ਦਾ ਯੁੱਗ ਕੀ ਚੱਲ ਰਿਹਾ, ਅੱਜ ਦੇ ਯੁੱਗ ਦਾ ਇੱਕ ਰੌਲਾ ਇਹ ਹੋ ਗਿਆ ਵੀ ਗਿਆਨ ਇੰਨਾ ਵੱਧ ਗਿਆ, ਸਭ ਕੁਝ YouTube ਤੇ ਪਿਆ, ਕਿਤਾਬਾਂ ਸਭ ਕੁਝ ਹੋ ਗਈਆਂ, ਕਿਤਾਬਾਂ ਪੜ੍ਹ ਕੇ ਹਰ ਬੰਦਾ ਨਾਲ ਦੀ ਨਾਲ ਬੋਲਣਾ ਸ਼ੁਰੂ ਕਰ ਦਿੰਦਾ ਵੀ ਉਹ ਹੋਰਾਂ ਤੇ ਪ੍ਰਭਾਵ ਬਣਾਉਂਦਾ ਜਾਂ ਵੀ ਮੈਂ ਸਿਆਣਾ। ਮਹਾਰਾਜ ਕਹਿੰਦੇ ਵੀ ਗਿਆਨ 'ਚ ਤੇ ਜਾਣਕਾਰੀ 'ਚ ਫਰਕ ਬਹੁਤ ਆ। ਕਿਤਾਬਾਂ ਪੜ੍ਹ ਕੇ ਜਾਣਕਾਰੀ ਆ ਜਾਂਦੀ ਹੈ, YouTube ਸੁਣ ਕੇ ਜਾਣਕਾਰੀ ਆ ਜੂਗੀ, ਪਰ ਗਿਆਨ ਨਹੀਂ ਹੋਣਾ। ਗਿਆਨ ਤਾਂ ਤੁਹਾਨੂੰ ਅਨੁਭਵ ਕਰਨਾ ਪੈਣਾ, ਜਿਹਨੂੰ ਧਿਆਨ ਕਿਹਾ ਉਹਨੂੰ ਧਿਆਉਣਾ ਪੈਣਾ, ਜਿਹਨੂੰ ਪ੍ਰੇਮ ਦੇ ਤੀਰ ਕਿਹਾ ਉਹ ਹਿਰਦੇ 'ਚ ਤੁਹਾਡੇ ਲੱਗਣਗੇ ਤਾਂ ਦਰਦ ਉਹ ਖੜਾ ਹੋਊਗਾ। ਜੇ ਬਿਰਹਾ ਤੁਹਾਡੇ ਦਿਲ 'ਚ ਪੈਦਾ ਹੋਊਗੀ ਤਾਂ ਤੁਹਾਨੂੰ ਬਿਰਹਾ ਦੀ ਤੜਫਣਾ ਦਾ ਪਤਾ ਲੱਗੂ, ਫੇਰ ਜਾ ਕੇ ਤੁਹਾਨੂੰ ਪਤਾ ਲੱਗਣਾ ਵੀ ਗੁਰੂ ਕਹਿੰਦਾ ਕੀ ਆ। ਤੇ ਮਹਾਰਾਜ ਕਹਿੰਦੇ ਇਹਨਾਂ ਨੂੰ ਕੱਲੇ ਵੇਦ ਕਤੇਬ ਸਿਮਰਤ ਸਭ ਸਾਸ ਤੈਨ ਪੜ੍ਹਿਆ ਮੁਕਤ ਨਾ ਹੋਈ। ਇਹਨਾਂ ਨੂੰ ਪੜ੍ਹਿਆ ਤੋਂ ਮੁਕਤੀ ਨਹੀਂ ਹੁੰਦੀ, ਮੁਕਤੀ ਤਾਂ ਅਨੁਭਵਨਾ ਹੋਣੀ ਆ। ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ। ਉਹ ਇੱਕੋ ਹੀ ਅੱਖਰ ਆ ਜਿਹੜਾ ਇੱਕ ਓਂਕਾਰ ਆ। ਹੁਣ ਅੱਖਰ ਕਹਿਣਾ ਵੀ ਮਹਾਰਾਜ ਕਹਿੰਦੇ ਬਸ ਕਹਿਣਾ ਪੈਂਦਾ ਸਾਪਾਂ ਨੂੰ ਸਮਝਾਉਣ ਵਾਸਤੇ, ਅਸਲ 'ਚ ਤਾਂ ਉਹ ਪਾਵਰ ਆ, ਊਰਜਾ ਜਿਹੜੀ ਅਸੀਂ ਅਨੁਭਵ ਕਰਨੀ ਆ। ਜਿਵੇਂ ਜਿਵੇਂ ਇੱਕ ਅੱਖਰ ਸਾਨੂੰ ਗੁਰੂ ਬੀਜ ਮੰਤਰ ਦੇ ਰੂਪ 'ਚ ਵੀ ਦਿੰਦਾ, ਜਿਵੇਂ ਗੁਰੂ ਨਾਨਕ ਦੇਵ ਸਾਹਿਬ ਮਤਲਬ ਸੋਹੰਗ ਦਿੰਦੇ ਰਹੇ ਆ ਆਪਦੇ ਗੁਰਸਿੱਖਾਂ ਨੂੰ ਜਿਹੜੇ ਬਹਿੰਦੇ ਸੀ ਚਰਨਾਂ 'ਚ, ਨਾਨਕ ਸੋਹੰਗ ਹੰਸਾ ਜਪ ਜਪੋ ਤਰ ਭਵਨ ਤਿਸੈ ਸਮਾਹੋ ਸਮਾਹੇ। ਮਹਾਰਾਜ ਕਹਿੰਦੇ ਉਹ ਵੀ ਜਿਹੜਾ ਗੁਰੂ ਦਾ ਦਿੱਤਾ ਬੀਜ ਮੰਤਰ ਆ ਨਾ, ਉਹਨੂੰ ਕਹਿੰਦੇ ਵੀ ਜਪਿਆ ਤੇ ਤੁਹਾਡੇ ਅੰਦਰੋਂ ਨਿਰਮਲ ਦੀ ਸੋ ਆ ਜਿਹੜੀ ਆਉਣੀ ਸ਼ੁਰੂ ਹੋ ਜਾਂਦੀ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਬੰਦਾਂ ਕੋ ਸਾਂਝਾ। ਦੇਖੋ ਉਦੋਂ ਜਿੰਨੇ ਵੀ ਸੀਗੇ ਮਤਲਬ ਧਰਮ ਕਹਿ ਲਓ, ਜਾਤਾਂ ਕਹਿ ਲਓ, ਖੱਤਰੀ ਸੀਗੇ, ਬ੍ਰਾਹਮਣ ਸੀ, ਸੂਦਰ ਸੀ, ਵੈਸ ਸੀ। ਮਹਾਰਾਜ ਕਹਿੰਦੇ ਅਸੀਂ ਕਿਸੇ ਖਾਸ ਬੰਦੇ ਵਾਸਤੇ ਗੱਲ ਨਹੀਂ ਕਰ ਰਹੇ, ਸਾਡੀ ਜਿਹੜੀ ਗੱਲ ਆ ਕਿ ਇੱਕ ਓਂਕਾਰ ਹੀ ਇੱਕੋ ਪਰਮਾਤਮਾ ਦਾ ਰੂਪ ਆ, ਉਹੀ ਨਾਮ ਹੈ। ਉਸ ਅਸੀਂ ਜੋ ਗੱਲ ਦੱਸ ਰਹੇ ਹਾਂ ਉਹ ਸਾਰੀ ਦੀ ਸਾਰੀ ਪੂਰੀ ਮਨੁੱਖਤਾ ਵਾਸਤੇ ਆ। ਚਾਰ ਨਾਂ ਤਾਂ ਵੈਸੇ ਲੈਣੇ ਪੈਂਦੇ ਜਿਹੜੇ ਉਦੋਂ ਸਾਹਮਣੇ ਸੀਗੇ, ਪਰ ਹੈ ਪੂਰੀ ਦੁਨੀਆ ਵਾਸਤੇ। ਜਿਹੜਾ ਵੀ ਇਹ ਗੱਲਾਂ ਨੂੰ ਮੰਨ ਲੂਗਾ, ਇੱਕ ਓਂਕਾਰ ਨੂੰ ਧਿਆਉਣਾ ਸ਼ੁਰੂ ਕਰ ਦੂ, ਪਵਨ ਗੁਰੂ ਦੇ ਚਰਨੀ ਲੱਗਣਾ ਸ਼ੁਰੂ ਕਰ ਦੂ, ਆਉਂਦੇ ਜਾਂਦੇ ਸਵਾਸਾਂ ਨੂੰ ਮਹਿਸੂਸ ਕਰਨਾ ਸ਼ੁਰੂ ਕਰ ਦੂ, ਪਾਣੀ ਪਿਤਾ ਦਾ ਵਿਹਾਰ ਵਧੀਆ ਕਰ ਲੂ, ਪੀਣ ਵੇਲੇ ਪਾਣੀ, ਨਹਾਉਣ ਵੇਲੇ ਉਹ ਤੰਦਰੁਸਤੀ ਦੀਆਂ ਗੱਲਾਂ ਸੋਚੂ, ਤੰਦਰੁਸਤੀ ਵਾਲੀਆਂ ਗੱਲਾਂ ਬੋਲੂਗਾ, ਜੋ ਵੀ ਕਰੂ ਉਹ ਵਿਹਾਰ ਚੰਗਾ ਕਰੂ। ਇਹ ਪੂਰੀ ਦੁਨੀਆ ਨੂੰ ਫਾਇਦਾ ਹੋਣਾ ਇਹਦਾ, ਭਾਵੇਂ ਉਹ ਦੁਨੀਆ 'ਚ ਕਿਤੇ ਵੀ ਵਸਦਾ। ਤੇ ਸਾਡਾ ਉਪਦੇਸ਼ ਮਹਾਰਾਜ ਕਹਿੰਦੇ ਸਭ ਲਈ ਸਾਂਝਾ। ਗੁਰਮੁਖ ਨਾਮ ਜਪੈ ਉਧਰ ਹੈ ਕਿ ਜਿਹੜਾ ਗੁਰਮੁਖ ਹੈ ਨਾ, ਕਹਿੰਦੇ ਉਹ ਫਿਰ ਇਹਨੂੰ ਜਪਦਾ ਗੱਲ ਉਹਨੂੰ ਜਿਹੜੀ ਗੁਰੂ ਤੋਂ ਸੁਣ ਲੈਂਦਾ। ਉਧਰ ਐਸੋ ਕਲਮ ਹੈ ਘਟ ਘਟ ਨਾਨਕ ਮਾਝਾ। ਕਹਿੰਦੇ ਉਹ ਘਟ ਘਟ ਦੇ ਵਿੱਚ ਵਸਿਆ ਹੋਇਆ, ਉਹ ਪਰਮ ਪਿਤਾ ਪਰਮਾਤਮਾ ਕਣ ਕਣ ਦੇ ਵਿੱਚ ਆ। ਤੇ ਅਸੀਂ ਕਣ ਕਣ ਕੰਨੀ ਦੇਖਦੇ ਦੇਖਦੇ ਕਿ ਆਪਣੇ ਆਪੇ ਨੂੰ ਭੁੱਲ ਜਾਂਦੇ ਆ। ਅਸੀਂ ਇਹ ਵੀ ਮਾਣ ਤੇ ਯਾਦ ਰੱਖਣਾ ਕਿ ਅਸੀਂ ਵੀ ਉਹੀ ਆ, ਸਾਡਾ ਵੀ ਰੂਪ ਉਹਦਾ ਹੀ ਆ। ਸਗੋਂ ਦੀ ਸਾਡੇ 'ਚ ਤਾਂ ਪਰਮਾਤਮਾ ਪ੍ਰਗਟ ਰੂਪ 'ਚ ਵਿਚਰ ਰਿਹਾ। ਹਲੇ ਪੱਥਰਾਂ 'ਚ ਉਹ ਬੋਲਦਾ ਨਹੀਂ ਹੈ, ਬਨਸਪਤੀ 'ਚ ਵੀ ਬੋਲਦਾ ਨਹੀਂ, ਰੇਂਜ ਤਾਂ ਉਹਦੀ ਆਉਂਦੀ ਆ, ਊਰਜਾ ਤਾਂ ਹੁਣ ਵਿਗਿਆਨ ਤਾਂ ਦੱਸਣ ਲੱਗ ਗਿਆ ਵੀ ਹਾਂ ਦਰਖਤ ਤੁਹਾਡੇ ਕੋਲ ਜਾਣ ਤੇ ਦੂਰ ਜਾਣ ਨੂੰ ਵੀ ਸਮਝਦੇ ਆ। ਤਾਂ ਹੀ ਅੱਗੇ ਬਜ਼ੁਰਗ ਕਹਿੰਦੇ ਫਸਲ ਕੋਲੇ ਗੇੜਾ ਮਾਰੋ ਫਸਲ ਵੱਧ ਹੁੰਦੀ ਆ। ਉਹ ਫਸਲ ਸਮਝਦੀ ਆ ਵੀ ਮੇਰਾ ਮਾਲਕ ਆ, ਇੰਨੀ ਕੁ ਸਾਂਝ ਨੂੰ ਹੈਗੀ, ਪਰ ਸਾਨੂੰ ਬੋਲੀ ਦਾ ਨਹੀਂ ਪਤਾ। ਸਾਡੇ ਪਸ਼ੂ ਵੀ ਸਮਝਦੇ ਆ, ਸਾਡੇ ਕੁੱਤੇ ਵੀ ਸਮਝਦੇ ਆ, ਪਰ ਸਾਡੇ ਤੇ ਆ ਕੇ ਜਿਹੜੀ ਘਟਨਾ ਘਟਦੀ ਹੈ ਅਸੀਂ ਤਾਂ ਬੋਲ ਕੇ ਵੀ ਦੱਸ ਸਕਦੇ ਹਾਂ ਨਾ, ਅਸੀਂ ਤਾਂ ਇੱਕ ਦੂਜੇ ਨੂੰ ਟੱਚ ਕਰਕੇ ਵੀ ਦੱਸ ਸਕਦੇ ਹਾਂ। ਸਾਨੂੰ ਸਮਝ ਵਿਕਸਿਤ ਇੰਨੀ ਕਰਤੀ ਪਰਮਾਤਮਾ ਨੇ, ਅਸੀਂ ਕੁਝ ਵੀ ਪ੍ਰਗਟ ਕਰ ਸਕਦੇ ਹਾਂ। ਤੇ ਮਹਾਰਾਜ ਕਹਿੰਦੇ ਤੁਹਾਡੇ ਕੋਲ ਤਾਂ ਮੌਕਾ, ਤੁਸੀਂ ਤਾਂ ਪਰਮ ਪਿਤਾ ਪਰਮਾਤਮਾ ਨੂੰ ਵੀ ਪ੍ਰਗਟ ਕਰ ਸਕਦੇ ਹੋ ਆਪਦੇ 'ਚ, ਤੁਸੀਂ ਉਹਦਾ ਰੂਪ ਹੀ ਹੋ। ਤੇ ਇਹੀ ਅਸੀਂ ਸਿੱਖਣ ਆਏ ਹਾਂ। ਦੇਖੋ ਤੁਹਾਨੂੰ ਜਿਹੜਾ ਆਇਆ ਨਾ, ਕਹਿ ਲਓ ਬਾਕ ਆਪਾਂ ਬੇਸ਼ੱਕ ਆਪਦੇ ਕਿਰਤਾਂ ਬਿਰਤਾਂ ਲਈ ਕੀਤਾ ਬੇਨਤੀ, ਪਰ ਸਤਿਗੁਰੂ ਨੇ ਇਹਦੇ ਵਿੱਚ ਉਹੀ ਦੱਸਤਾ ਕਿ ਉਹ ਤਾਂ ਹੁੰਦਾ ਹੀ ਰਹਿਣਾ ਸਾਰਾ ਕੁਝ। ਤੁਸੀਂ ਸੁਰਤ ਬਿਰਤ ਉੱਚੀ ਰੱਖ ਕੇ ਉਹ ਦਾਤੇ ਤੇ ਡੋਰੀ ਰੱਖੋ ਕਿ ਪ੍ਰਮਾਤਮਾ ਬਾਬਾ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ 10ਵੇਂ ਪਾਤਸ਼ਾਹ ਤੁਹਾਡੇ ਦਰ ਤੇ ਬੇਨਤੀ ਕਰਤੀ ਆ, ਮੇਰੇ ਆਹ ਕਾਰਜ ਆ, ਤੁਸੀਂ ਝੋਲੀ ਸਾਡੇ ਅਧਿਆਤਮ ਵਾਲਾ ਜ਼ਿਆਦਾ ਪਾਇਆ ਤੇ ਕਿਰਪਾ ਕਰੋ ਕਿ ਸਿਰ ਤੇ ਹੱਥ ਰੱਖ ਕੇ ਮੈਥੋਂ ਇਹ ਸੇਵਾਵਾਂ ਲੈਣੀਆਂ ਤੇ ਇਹ ਲਓ। ਅਸੀਂ ਤਾਂ ਕਰਨਾ ਹੀ ਆ ਨਾ, ਅਸੀਂ ਤਾਂ ਜੀਵਨ ਜਿਉਣਾ ਹੀ ਆ, ਪਰ ਤੈਨੂੰ ਧਿਆਉਂਦੇ ਜਾਈਏ ਤਾਂ ਇਦੋਂ ਚੰਗਾ ਕੀ ਆ, ਹਨਾ। ਤੇ ਬਸ ਆਪਦੀ ਸੁਰਤ ਨੂੰ ਸਾਂਭੋ, ਕੱਲੀ ਨੂੰ, ਆਉਂਦੇ ਜਾਂਦੇ ਸਵਾਸਾਂ ਨੂੰ ਮਹਿਸੂਸ ਕਰੋ, ਮੂਲ ਮੰਤਰ ਦਾ ਪਾਠ ਪੱਕਾ ਕਰ ਲਓ। ਇਹ ਤਾਂ ਕੱਲ ਵੀ ਬਚਨ ਇਹੀ ਹੋਏ ਸੀ। ਤੇ ਟਾਈਮ ਚੋਂ ਟਾਈਮ ਕੱਢ ਕੇ ਜਪਜੀ ਸਾਹਿਬ ਦਾ ਪਾਠ, ਮਾਲਾ ਮੰਤਰ ਦਾ, ਇਹ ਨਿਉ ਜੜ ਆਪਣੀ ਜੋ ਗੁਰੂ ਨਾਨਕ ਤੋਂ ਤੁਰਦੀ ਆ। ਉਦੋਂ ਅੱਗੇ ਅੱਗੇ ਜਿਵੇਂ ਜਿਵੇਂ ਜ਼ਿੰਦਗੀ ਵੱਧਦੀ ਆ, ਜਿਵੇਂ ਜਿਵੇਂ ਸਾਡੇ ਕੋਲ ਟਾਈਮ ਵੀ ਆ, ਜਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਹਿਜ ਪਾਠ ਦੇ ਰੂਪ 'ਚ ਕਦੇ ਮਤਲਬ ਸ਼ੁਰੂ ਕਰ ਲਓ ਜ਼ਿੰਦਗੀ ਦੇ ਵਿੱਚ ਸਮਾਂ ਬਣਾ ਕੇ, ਤਾਂ ਭਾਵੇਂ ਤੁਸੀਂ 5 ਮਿੰਟ ਰੋਜ਼ ਲਾਓ, ਇੱਕ ਸ਼ਬਦ ਹੀ ਪੜ੍ਹੋ, ਭਾਵੇਂ 5 ਸਾਲਾਂ 'ਚ ਭੋਗ ਪੈ ਜਾਏ, ਉਹਦਾ ਨਹੀਂ ਹੁੰਦਾ। ਕਿਉਂਕਿ ਜਦੋਂ ਅਸੀਂ ਰੋਜ਼ ਗੁਰੂ ਦੇ ਬਚਨ ਪੜ੍ਹਦੇ ਜਾਂ ਸੁਣਦੇ ਆ ਨਾ, ਉਹਦਾ ਇੱਕ ਅਸਰ ਆ, ਇੱਕ ਪ੍ਰੈਜੈਂਸ ਹੈ। ਅਸੀਂ ਰੋਜ਼ ਟੱਚ ਹੁੰਦੇ ਆ, ਜਿਵੇਂ ਅਸੀਂ ਰੋਜ਼ ਉੱਠਣ ਸਾਰ ਲਾਈਟ ਛੱਡਦੇ ਆ, ਉਹ ਵੀ ਤਾਂ ਛੱਡਦੇ ਹੀ ਆ ਨਾ, ਤਾਂ ਹੀ ਪ੍ਰਕਾਸ਼ ਹੁੰਦਾ। ਤੇ ਰੋਜ਼ ਇੱਕ ਸਕਿੰਟ ਕਰਦੇ ਸਾਡੀ ਜ਼ਿੰਦਗੀ ਲੰਘ ਜਾਂਦੀ ਹੈ। ਲਾਈਟ ਛੱਡਣ ਦੇ 1 ਸਕਿੰਟ ਹੀ ਲੱਗਦਾ। ਇੱਧਰ 5 ਮਿੰਟ ਲਾ ਲਓ ਤੁਸੀਂ,
5 ਤੋਂ 7 ਮਿੰਟ ਰੋਜ਼ ਲਾ ਲਓ, ਬਾਕ ਲੈ ਲਓ ਤੇ ਇੱਕ ਹੱਦ ਪਾ ਲਓ ਵੀ ਅੱਜ ਆਹ ਬਾਕ ਪੜਿਆ, ਉਦੋਂ ਬਾਅਦ ਜਾਣੀ ਇਹ ਗੁਰੂ ਦੀ ਜਸ ਕਰਦੇ ਰਹੋ। ਫਿਰ ਅਗਲੀਆਂ ਅਵਸਥਾਵਾਂ ਮਹਾਰਾਜ ਆਪੇ ਬਖਸ਼ਿਸ਼ ਕਰਦੇ ਆ, ਸਤਿਗੁਰੂ ਰਹਿਮਤ ਕਰਦੇ। ਤੇ ਬਹੁਤ, ਮੈਂ ਤਾਂ ਇਹ ਕਹਿ ਸਕਦਾ ਵੀ ਤੂੰ ਬਹੁਤ ਭਾਗਾਂ ਵਾਲਾ, ਤੈਨੂੰ ਸਤਿਗੁਰਾਂ ਨੇ ਬਖਸ਼ਿਸ਼ ਹੀ ਇਹੋ ਜਿਹਾ ਕੁਛ ਕੀਤਾ ਜਿਹੜਾ ਸਰਬ ਸਾਂਝਾ, ਕੱਟੜਤਾ ਤੋਂ ਰਹਿਤ, ਚੜ੍ਹਦੀ ਕਲਾ ਵਾਲਾ ਸਿਸਟਮ ਹੈ ਨਾ। ਬਸ ਗੁਰੂ ਦੇ ਲੜ ਲਾ ਕੇ ਕਿਰਪਾ 'ਚ ਰਹੋ ਪੂਰੀ, 'ਚ ਮਹਾਰਾਜ ਕਿਰਪਾ ਰੱਖਣਗੇ, ਸਾਰੇ ਕਾਰਜ ਹੀ ਹੋ ਜਾਣੇ ਆ। ਹਾਂਜੀ, ਧੰਨ ਮਾਤਾ ਦੀ ਕਿਰਪਾ ਕਰੇ, ਉਹਨਾਂ ਦੀ ਗਵਾਹੀ 'ਚ ਆਪਾਂ ਤਾਂ ਭਾਗਾਂ ਵਾਲੇ ਉਹ ਜਗ੍ਹਾ ਤੇ ਬੈਠੇ ਜਿੱਥੇ ਸਤਿਗੁਰੂ ਨੇ 9 ਦਿਨ ਆਪ ਬਹਿ ਕੇ ਮਾਤਾ ਸਾਹਿਬ ਕੌਰ ਸੁੰਦਰ ਕੌਰ ਨੇ ਇੱਥੇ ਭਾਗ ਲਾਏ ਹੈ ਨਾ। ਤੇ ਸਤਿਗੁਰੂ ਰਹਿਮਤਾਂ ਰੱਖਣ, ਕਿਰਪਾ ਬਣਾਈ ਰੱਖਣ ਆਪਣੇ ਤੇ ਸਾਰਿਆਂ ਤੇ। ਸਾਰਿਆਂ ਨੂੰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।